ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨ ਅੰਦੋਲਨ ਭਾਜਪਾ ਆਗੂਆਂ ਦੇ ਬੋਲ ਕਬੋਲ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਕੇਂਦਰੀ ਖੇਤੀ ਕਾਨੂੰਨਾਂ ਸੰਬੰਧੀ ਜਿਹੜਾ ਹੈਗਾ ਭਾਜਪਾ ਆਗੂਆਂ ਵੱਲੋਂ ਇੱਕ ਪਾਸੇ ਤਾਂ ਗੱਲਬਾਤ ਦੇ ਵੱਡੇ ਵੱਡੇ ਹਵਾਲੇ ਦਿੱਤੇ ਜਾ ਰਹੇ ਨੇ, ਪਰ ਦੂਜੇ ਪਾਸੇ ਜਿਹੜੇ ਭਾਜਪਾ ਆਗੂਆਂ ਵੱਲੋਂ ਵਿਵਾਦਿਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਉਹ ਉਹਨਾਂ ਦੀ ਅਸਲ ਮਾਨਸਿਕਤਾ ਜਿਹੜੀ ਹੈ ਦਰਸਾ ਰਹੀਆਂ ਨੇ। ਜੇਕਰ ਗੱਲ ਕਰੀਏ ਅਸੀਂ ਪਿਛਲੇ ਦਿਨੀ ਇਹ ਹਰਿਆਣਾ ਦੇ ਖੇਤੀ ਮੰਤਰੀ ਜੇਪੀ ਦਲਾਲ ਵੱਲੋਂ, ਅਨਿਲ ਵਿਜ ਵੱਲੋਂ ਤੇ ਹੋਰ ਵੀ ਕਈ ਭਾਜਪਾ ਆਗੂਆਂ ਵੱਲੋਂ ਕਿਸਾਨਾਂ ਪ੍ਰਤੀ ਜਾਂ ਹੋਰ ਜਿਹੜਾ ਹੈਗਾ ਕਿਸਾਨੀ ਸੰਘਰਸ਼ ਨੂੰ ਲੈ ਕੇ ਅਜਿਹੀ ਟਿੱਪਣੀਆਂ ਕੀਤੀਆਂ ਗਈਆਂ ਨੇ ਜਿਨ੍ਹਾਂ ਨੂੰ ਲੈ ਕੇ ਉਹ ਖੁਦ ਹੀ ਸਵਾਲਾਂ ਦੇ ਘੇਰੇ ਦੇ ਵਿੱਚ ਘਿਰੇ ਦਿਖਾਈ ਦਿੱਤੇ ਨੇ। ਭਾਜਪਾ ਆਗੂਆਂ ਵੱਲੋਂ ਅਜਿਹੀਆਂ ਟਿੱਪਣੀਆਂ ਕੀ ਜਿਹੜਾ ਹੈਗਾ ਉਹ ਸੰਦੇਸ਼ ਦੇਣਾ ਚਾਹੁੰਦੀਆਂ ਨੇ? ਅਸਲ ਦੇ ਵਿੱਚ ਇਹ ਕੋਈ ਨਵੀਂ ਗੱਲ ਨਹੀਂ। ਭਾਜਪਾ ਆਗੂ ਪਹਿਲਾਂ ਤੋਂ ਹੀ ਇਹੋ ਜਿਹੀਆਂ ਗੱਲਾਂ ਕਰਦੇ ਰਹੇ ਨੇ। ਜੇਕਰ ਦੇਖਿਆ ਜਾਵੇ ਸ਼ਾਹੀਨ ਬਾਗ ਦੇ ਮਾਮਲੇ ਦੇ ਵਿੱਚ ਵੀ ਭਾਜਪਾ ਦੇ ਕਿੰਨੇ ਆਗੂ, ਈਵਨ ਕੇਂਦਰੀ ਮੰਤਰੀਆਂ ਤੱਕ ਸਾਰੇ ਇਸ ਲੈਵਲ ਦੀ ਸ਼ਬਦਾਵਲੀ ਵਰਤਦੇ ਰਹੇ ਦੂਜੇ ਅੰਦੋਲਨਕਾਰੀਆਂ ਬਾਰੇ। ਘਟੀਆ ਕਿਸਮ ਦੀ ਜਿਹੜੇ ਆਮ ਸੱਭਿਅਕ ਦੌਰ ਦੇ ਵਿੱਚ ਨਹੀਂ ਵੀ ਗੱਲ ਮਤਲਬ ਲਈ ਜਾਂਦੀ। ਅਤੇ ਹਰ ਅੰਦੋਲਨਕਾਰੀ ਉਹਨਾਂ ਨੂੰ ਦੇਸ਼ ਧਰੋਹੀ ਲੱਗਦਾ ਹੈ। ਹਰ ਗੱਲ ਇਸੇ ਲਈ ਅੰਦੋਲਨ ਜੀਵੀ ਬਣ ਗਿਆ, ਕਦੇ ਪਰਜੀਵੀ ਬਣ ਗਿਆ। ਪ੍ਰਧਾਨ ਮੰਤਰੀ ਅੱਜ ਵੀ ਉੱਤਰ ਪ੍ਰਦੇਸ਼ ਦੇ ਵਿੱਚ ਰੈਲੀ ਕਰਦੇ ਨੇ, ਰੈਲੀ ਕਰਦੇ ਹੋਏ ਵੀ ਇਹਨਾਂ ਕਾਨੂੰਨਾਂ ਨੂੰ ਡਿਫੈਂਡ ਕਰਦੇ ਨੇ, ਕਹਿੰਦੇ ਨੇ ਠੀਕ ਹੈ ਜਾਂ ਬਾਕੀ ਚੀਜ਼ਾਂ ਨੇ। ਅਤੇ ਉਹ ਜਿਹੜੀਆਂ ਰੈਲੀਆਂ ਨੇ ਜਾਂ ਜਿਹੜੇ ਉਹੋ ਜਿਹੇ ਅੰਦੋਲਨ ਨੇ ਉਹ ਠੀਕ ਨੇ, ਅਤੇ ਦੂਜਾ ਜੇ ਕੋਈ ਕਰਦਾ ਤਾਂ ਉਹ ਗਲਤ ਨੇ ਜੀ। ਅਤੇ ਇਸੇ ਤਰ੍ਹਾਂ ਹੁਣ ਜਿਹੜਾ ਖਾਸ ਤੌਰ 'ਤੇ ਹਰਿਆਣੇ ਦੇ ਹੋਮ ਮਿਨਿਸਟਰ ਹੈ, ਇਹਨੇ ਜਿਹੜਾ ਦਿਸ਼ਾ ਬਾਰੇ ਜਾਂ ਜਿਹੜੀਆਂ ਕੁੜੀਆਂ ਇਹਦੇ 'ਤੇ ਕੇਵਲ ਟਵੀਟ ਕਰਦੀਆਂ ਨੇ ਜਾਂ ਜਿਨ੍ਹਾਂ ਨੇ ਇਸ ਕਿਸਾਨ ਅੰਦੋਲਨ ਨਾਲ ਹਮਾਇਤ ਪ੍ਰਗਟ ਕੀਤੀ ਹੈ ਜਾਂ ਦੇਸ਼ ਦੁਨੀਆ ਦੇ ਵਿੱਚ ਦੱਸਿਆ ਕਿ ਆਹ ਕਿਸਾਨ ਅੰਦੋਲਨ ਦਾ ਅਸਲ 'ਚ ਕਾਰਨ ਹੈ, ਉਹਨਾਂ ਬਾਰੇ ਇਹ ਕਹਿਣਾ ਕਿ ਇਹਨਾਂ ਨੂੰ ਤਾਂ ਮੂਲੋਂ ਹੀ ਖਤਮ ਕਰ ਦੇਣਾ ਚਾਹੀਦਾ। ਖਤਮ ਕਰਨ ਵਾਲੀ ਜਿਹੜੀ ਪਰਿਭਾਸ਼ਾ ਉਹ ਦੇ ਰਹੇ ਨੇ, ਇਹਦਾ ਮਤਲਬ ਇਹ ਹੈ ਕਿ ਇੱਕ ਮੰਤਰੀ ਜੇਕਰ ਕਿਸੇ ਵੀ ਸੱਭਿਅਕ ਦੇਸ਼ ਦੇ ਵਿੱਚ ਕਿਸੇ ਵੀ ਕਾਨੂੰਨ ਨੂੰ ਫੋਲੋ ਕਰਨ ਵਾਲੇ, ਰੂਲ ਆਫ ਲਾਅ ਵਾਲੇ ਦੇਸ਼ ਦੇ ਵਿੱਚ ਮੰਤਰੀ ਇਹੋ ਜਿਹੀ ਬੇਤੁਕੀ ਗੱਲ ਕਰਦਾ ਤਾਂ ਉਹ ਅਹੁਦੇ 'ਤੇ ਨਹੀਂ ਰਹਿ ਸਕਦਾ ਕਿਸੇ ਵੀ ਸਮੇਂ। ਤੁਸੀਂ ਕਿਸੇ ਸੂਬੇ ਦੇ ਹੋਮ ਮਿਨਿਸਟਰ ਹੋ, ਤੁਸੀਂ ਕੀ ਮੈਸੇਜ ਦੇ ਰਹੇ ਹੋ? ਇੱਕ ਤਾਂ ਮੈਸੇਜ ਇਹੀ ਹੈ ਕਿ ਅਦਾਲਤਾਂ ਨੂੰ ਵੀ ਇਹ ਮੈਸੇਜ ਹੈ ਕਿ ਤੁਸੀਂ ਇਹਨਾਂ 'ਤੇ ਜੋ ਮਰਜ਼ੀ ਬਸ ਇਹਨਾਂ ਦਾ ਮਲੀਆ ਮੇਟ ਕਰੋ ਇੱਕ ਟਾਈਪ ਦਾ। ਦੂਜਾ, ਤੁਸੀਂ ਆਪਣੇ ਫੋਲੋਅਰ ਜਿਹੜੇ ਹਿੰਦੂ ਤਵੀ ਹਜੂਮ ਹੈ ਉਹਨੂੰ ਇਹ ਮੈਸੇਜ ਦੇ ਰਹੇ ਹੋ ਕਿ ਉਹ ਫਿਰ ਇਹਨੂੰ ਫੋਲੋ ਕਰਨ, ਤੁਹਾਡੀ ਜਿਹੜੀ ਗੱਲ ਨੂੰ ਬੰਦਿਆਂ ਨੂੰ ਖਤਮ ਕਰਨ ਜਾਂ ਮਾਰਨ ਤੱਕ ਜਿਹੜੇ ਚਲੇ ਜਾਣ। ਤੁਸੀਂ ਸਮਾਜ ਦੇ ਵਿੱਚ ਦੰਗੇ ਭੜਕਾਉਣ ਦਾ ਜਾਂ ਸਮਾਜ ਦੇ ਵਿੱਚ ਟਕਰਾਅ ਪੈਦਾ ਕਰਨ ਦਾ ਜਾਂ ਕਿਸੇ ਦੀ ਵੀ ਜ਼ੁਬਾਨ ਬੰਦ ਕਰ ਦੇਣ ਦਾ ਜਿਹੜਾ ਇੱਕ ਬਿਰਤਾਂਤ ਸਿਰਜ ਰਹੇ ਹੋ। ਅਤੇ ਤੁਸੀਂ ਜਿਹੜਾ ਫਰੀਡਮ ਆਫ ਐਕਸਪ੍ਰੈਸ਼ਨ ਹੈ ਉਹ ਸੰਵਿਧਾਨ ਨੇ ਦਿੱਤਾ, ਦੇਸ਼ ਦੇ ਨੇ, ਅਤੇ ਸਭ ਲੋਕਾਂ ਨੇ ਲੜ ਕੇ ਲਿਆ ਹੁਣ ਤੱਕ, ਉਹਨੂੰ ਵੀ ਟਿੱਚ ਜਾਣਦੇ ਹੋ। ਤੁਸੀਂ ਸੰਵਿਧਾਨਕ ਜ਼ਿੰਮੇਵਾਰੀ ਨਿਭਾਉਣ ਦੇ ਯੋਗ ਨਹੀਂ ਹੋ। ਇੱਕ ਤਾਂ ਇਹ ਜਿਹੜਾ ਬਹੁਤ ਬੜਾ ਸਵਾਲ ਸਾਡੇ ਸਾਹਮਣੇ ਹੈ ਔਰ ਇਹਦੇ 'ਤੇ ਬੀਜੇਪੀ ਨਾ ਕੇਵਲ ਇਹਨੇ ਇਕੱਲਾ ਕੀਤਾ, ਅਤੇ ਬੀਜੇਪੀ ਦੇ ਹੋਰ ਇੱਕ ਮੰਤਰੀ ਹਰਿਆਣੇ ਦੇ ਨੇ ਜਿਹੜਾ ਜੇਪੀ ਦਲਾਲ ਹੈ ਉਹ ਵੀ ਹੈ, ਅਤੇ ਪੰਜਾਬ ਦਾ ਇੱਕ ਸਾਬਕਾ ਮੰਤਰੀ ਹੈ ਬੀਜੇਪੀ ਦਾ ਮਦਨ ਮੋਹਨ ਮਿੱਤਲ ਹੈ ਜਾਂ ਹੋਰ ਨੇ, ਉਹਨਾਂ ਨੇ ਵੀ ਕਈ ਇਹੋ ਜਿਹੇ ਬਿਆਨ ਦਿੱਤੇ ਨੇ ਕਿ ਜਿਹੜੇ ਕਿਸਾਨ ਨੇ, ਜਦੋਂ ਇੱਕ ਗੱਲ ਆਉਂਦੀ ਹੈ ਕਿ ਲਗਭਗ 200 ਜਾਂ 200 ਤੋਂ ਉੱਪਰ ਕਿਸਾਨ ਜਿਹੜਾ ਇਸ ਅੰਦੋਲਨ ਦੀ ਭੇਟ ਚੜ੍ਹ ਚੁੱਕੇ ਹੈ ਅਤੇ ਉਹਦੇ ਬਾਰੇ ਹਮਦਰਦੀ ਪ੍ਰਗਟ ਕਰਨਾ ਪਾਰਲੀਮੈਂਟ ਦੇ ਵਿੱਚ ਜਾਂ ਉਹਦੇ ਲਈ ਜ਼ਿੰਮੇਵਾਰ ਕੌਣ ਹੈ, ਜਦੋਂ ਇਹਦੀ ਚਰਚਾ ਚੱਲਦੀ ਹੈ ਤਾਂ ਉਹ ਸਾਫ਼ ਕਹਿੰਦੇ ਨੇ ਕਿ ਉਹ ਆਪ ਮਰੇ ਨੇ ਬੰਦੇ, ਉਹਨਾਂ ਨੇ ਮਾਰੀ ਜਾਣਾ ਸੀ ਪਹਿਲਾਂ ਵੀ ਜੇ ਉਹ ਘਰ ਵੀ ਹੁੰਦੇ। ਦਲਾਲ ਤਾਂ ਇਹ ਕਹਿੰਦਾ। ਅਤੇ ਦੂਜੇ ਪੰਜਾਬ ਵਾਲੇ ਬੀਜੇਪੀ ਦੇ ਆਗੂ ਇਹ ਕਹਿ ਰਹੇ ਨੇ ਕਿ ਜੀ ਅਸੀਂ ਜ਼ਿੰਮੇਵਾਰ ਕਿਉਂ ਹਾਂ? ਜੇ ਸਰਕਾਰ ਨੇ ਗੋਲੀ ਨਾਲ ਮਾਰਿਆ ਹੁੰਦਾ, ਜੇ ਸਰਕਾਰ ਨੇ ਕੋਈ ਹੋਰ ਲਾਠੀਚਾਰਜ 'ਚ ਮਰਿਆ ਹੁੰਦਾ ਫਿਰ ਤਾਂ ਠੀਕ ਹੈ, ਸਰਕਾਰ ਹੈ, ਉਹ ਤਾਂ ਆਪ ਹੀ ਮਰੇ ਨੇ। ਹੁਣ ਜੇ ਕੋਈ ਪੁੱਛੇ ਕਿ ਜਿਹੜੀਆਂ ਸਰਕਾਰਾਂ ਬਣਦੀਆਂ ਨੇ, ਵੈਸੇ ਤਾਂ ਜੇਕਰ ਜਿਹੜੇ ਦੇਸ਼ਾਂ 'ਚ ਜਮਹੂਰੀਅਤ ਪੱਕੇ ਪੈ ਰਹੀ ਹੈ, ਜਿੱਥੇ ਕਿਤੇ ਜਮਹੂਰੀਅਤ ਨੂੰ ਹੋਰ ਸੰਵੇਦਨਾ ਦੇ ਨਾਲ ਜੋੜ ਦਿੱਤਾ ਜਾਂਦਾ, ਸੰਵੇਦਨਸ਼ੀਲਤਾ ਨਾਲ, ਅਤੇ ਜਿਹੜੇ ਬੰਦੇ ਸਰਕਾਰੀ ਹਸਪਤਾਲਾਂ ਜਾਂ ਕਿਤੇ ਬੇਇਲਾਜ ਮਰਦੇ ਨੇ ਉਹਦੀ ਜ਼ਿੰਮੇਵਾਰੀ ਵੀ ਸਟੇਟ ਨੂੰ ਓਨ ਕਰਨੀ ਪੈਂਦੀ ਹੈ ਕਿ ਤੁਸੀਂ ਇਲਾਜ ਕਿਉਂ ਨਹੀਂ ਦੇ ਸਕੇ। ਜਿਹੜੇ ਬੰਦੇ ਠੰਡ ਨਾਲ ਮਰਦੇ ਨੇ ਉਹਦੀ ਜ਼ਿੰਮੇਵਾਰੀ ਵੀ ਸਰਕਾਰ ਕੋਲ ਹੁੰਦੀ ਹੈ ਕਿ ਤੁਸੀਂ ਉਸ ਪੁਖਤਾ ਪ੍ਰਬੰਧ ਨਹੀਂ ਕਰ ਸਕੇ। ਜਿਹੜੇ ਬੰਦੇ ਪੜ੍ਹਾਈ ਤੋਂ ਸੱਖਣੇ ਰਹਿ ਜਾਂਦੇ ਨੇ, ਫੀਸਾਂ ਨਾ ਹੋਣ, ਉਹਦੀ ਜ਼ਿੰਮੇਵਾਰੀ ਵੀ ਸਰਕਾਰ ਕੋਲ ਹੈ। ਜਿਹੜੇ ਬੰਦੇ ਭੁੱਖ ਨਾਲ ਮਰਦੇ ਨੇ ਉਹਦੀ ਜ਼ਿੰਮੇਵਾਰੀ ਵੀ ਸਰਕਾਰ 'ਤੇ ਹੈ। ਜੇਕਰ ਇਸ ਲੈਵਲ ਦੇ ਕਾਨੂੰਨ ਬਣਨੇ ਸ਼ੁਰੂ ਹੋ ਜਾਣ ਕਿ ਬੰਦੇ ਤਾਂ ਚਾਹੁੰਦੇ ਸੀ ਜਿਉਣਾ, ਜਿਹੜੀਆਂ ਸੁਵਿਧਾਵਾਂ ਲਈ ਸਰਕਾਰ ਨੇ ਗਰੰਟੀ ਕੀਤੀ ਸੀ, ਵਾਅਦੇ ਕੀਤੇ ਸੀ, ਉਹਨਾਂ ਤੱਕ ਨਹੀਂ ਪਹੁੰਚੀਆਂ, ਉਹਨਾਂ 'ਤੇ ਵੀ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ। ਸੁਸਾਇਟੀ ਤਾਂ ਇੱਥੇ ਤੱਕ ਚਲੀ ਗਈ ਹੈ। ਤੁਸੀਂ ਕੇਵਲ ਇੰਨੀ ਗੱਲ 'ਤੇ ਹੀ ਉਹ ਧਰਨੇ 'ਤੇ ਕਿਉਂ ਬੈਠੇ ਨੇ? ਇਸ ਕਰਕੇ ਬੈਠੇ ਨੇ ਕਿ ਸਰਕਾਰ ਨੇ ਪਹਿਲਾਂ 3 ਕਾਨੂੰਨ ਜਾਰੀ ਕੀਤੇ, ਉਹ ਤਿੰਨੋਂ ਕਾਨੂੰਨਾਂ ਬਾਰੇ ਰਾਏ ਨਹੀਂ ਕੀਤੀ, ਉਹ ਕਰੋਨਾ ਦੇ ਦੌਰ 'ਚ ਜਾਰੀ ਕੀਤੇ
ਤੇ ਉਹਨਾਂ ਨਾਲ ਗੱਲਬਾਤ ਕਰਨ ਦੀ ਜ਼ਰੂਰਤ ਨਹੀਂ ਸਮਝੀ ਤੇ ਉਹ ਧਰਨੇ ਤੇ ਨੇ। ਜੀ ਧਰਨੇ ਤੇ ਕਿਹਨੇ ਬਿਠਾਇਆ? ਕਿਸੇ ਦਾ ਜੀ ਕਰਦਾ ਧਰਨੇ ਤੇ ਬੈਠਣ ਲਈ। ਫਿਰ ਉਹਨਾਂ ਨਾਲ ਲਗਾਤਾਰ ਗੱਲ ਸਟਾਰਟ ਹੀ ਨਹੀਂ ਕੀਤੀ। ਮਹੀਨਿਆਂ ਬਾਅਦ ਤੁਸੀਂ ਗੱਲ ਸਟਾਰਟ ਕਰਦੇ ਹੋ ਤੇ ਉਹਦੇ 'ਚ ਵੀ ਕੋਈ ਹੱਲ ਨਹੀਂ ਕਰਦੇ। 5 ਮਹੀਨਿਆਂ ਤੋਂ ਬੰਦੇ ਉੱਥੇ ਸਾਰੀ ਸਰਦੀ ਦੇ ਵਿੱਚ ਬੈਠੇ ਨੇ ਤੇ ਇਹੋ ਜਿਹੀਆਂ ਸਹੂਲਤਾਂ ਤੋਂ ਸੱਖਣੇ ਮਾਹੌਲ ਦੇ ਵਿੱਚ ਜਦੋਂ ਬੈਠਦੇ ਨੇ ਤਾਂ ਸਿਹਤ 'ਤੇ ਅਸਰ ਪੈਣਾ ਹੀ ਪੈਣਾ। ਤਾਂ ਇਹਦਾ ਜ਼ਿੰਮੇਵਾਰ ਬੰਦਾ ਆਪ ਕਿਵੇਂ ਹੁੰਦਾ? ਇਹਦਾ ਜ਼ਿੰਮੇਵਾਰ ਸਰਕਾਰ ਕਿਉਂ ਨਹੀਂ ਹੈ? ਤੁਸੀਂ ਇਹੋ ਜਿਹਾ ਵਰਤਾਂਤ ਸਿਰਜ ਕੇ ਕੱਲ੍ਹ ਨੂੰ ਸਰਕਾਰਾਂ ਨੂੰ ਬਰੀ ਕਰਦੇ ਹੋ ਸਾਰੇ ਕੰਮਾਂ 'ਚ, ਪ੍ਰਸ਼ਾਸਨ ਨੂੰ ਬਰੀ ਕਰਦੇ ਹੋ ਸਾਰੇ ਕੰਮਾਂ ਦੇ ਵਿੱਚ, ਤੇ ਸਾਰੀ ਗੱਲ ਬਲੇਮ ਦਾ ਵਿਕਟਮ ਹੈ, ਪੀੜਤ ਦੇ ਉੱਤੇ ਹੀ ਸਾਰੀ ਗੱਲ ਥੋਪ ਦਿੰਦੇ ਹੋ, ਉਹਨੂੰ ਹੀ ਸਾਰੇ ਕਾਸੇ ਲਈ ਜ਼ਿੰਮੇਵਾਰ ਠਹਿਰਾਉਂਦੇ ਹੋ। ਇਹ ਜਿਹੜੀਆਂ ਥਿਊਰੀਆਂ ਨੇ ਜਿਹੜੀਆਂ ਚੱਲਦੀਆਂ ਨੇ ਇਹ ਲੋਕ ਪ੍ਰਵਾਨ ਨਹੀਂ ਕਰਨਗੇ ਔਰ ਲੋਕਾਂ ਦੇ ਹਜਮ ਨਹੀਂ ਆਉਂਦੀਆਂ। ਔਰ ਇਹ ਬੀਜੇਪੀ ਦਾ ਅਕਸ ਵੀ ਵਿਗਾੜਦੀਆਂ ਨੇ, ਇਹ ਸਰਕਾਰ ਦਾ ਅਕਸ ਵੀ ਵਿਗਾੜਦੀਆਂ ਨੇ, ਇਹਨਾਂ ਦਾ ਆਗੂਆਂ ਦਾ ਅਕਸ ਤਾਂ ਜਿਹੋ ਜਿਹਾ ਹੈ ਉਹੋ ਜਿਹਾ ਹੈ ਹੀ ਹੈ। ਤੇ ਇਸ ਕਰਕੇ ਇਹਨਾਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ ਤਾਂ ਕਿ ਸਮਾਜ ਦੇ ਵਿੱਚ ਏਕਤਾ ਬਣੀ ਰਹੇ। ਜੀ ਹਮੀਰ ਸਿੰਘ ਜੀ, ਜਿਵੇਂ ਤੁਸੀਂ ਦੱਸਿਆ ਵੀ ਕਿ ਭਾਜਪਾ ਆਗੂਆਂ ਦੀ ਅਜਿਹੀਆਂ ਟਿੱਪਣੀਆਂ ਨੂੰ ਲੋਕ ਪ੍ਰਵਾਨ ਨਹੀਂ ਕਰਨਗੇ, ਅਸੀਂ ਜਾਣਨਾ ਚਾਹਾਂਗੇ ਕਿਸਾਨ ਆਗੂ ਜਿਹੜੇ ਹੈਗੇ ਇਹਨਾਂ ਟਿੱਪਣੀਆਂ ਨੂੰ ਕਿਸ ਢੰਗ ਨਾਲ ਲੈ ਰਹੇ ਨੇ? ਕਿਸਾਨ ਆਗੂਆਂ ਨੇ ਹਮੇਸ਼ਾ ਹੀ ਇਹਨਾਂ ਨੂੰ ਰਿਬਟ ਕੀਤਾ, ਨਾਲ ਦੀ ਨਾਲ ਕਿਸਾਨ ਅੰਦੋਲਨ ਨੇ ਸਮੁੱਚੇ ਨੇ। ਔਰ ਜਿਹੜੀਆਂ ਵੀ ਟਿੱਪਣੀਆਂ ਇਹੋ ਜਿਹੀਆਂ ਕੀਤੀਆਂ ਜਾਂਦੀਆਂ ਨੇ ਜਾਂ ਜਿਹੜਾ ਨਵੇਂ ਕਿਸਮ ਦਾ ਵਰਤਾਂਤ ਇਹੋ ਜਿਹਾ ਸਿਰਜਿਆ ਜਾਂਦਾ ਅਲੱਗ ਥਲੱਗ ਕਰਨ ਦਾ, ਉਹਨੇ ਮੋੜਵਾਂ ਜਵਾਬ ਦਿੱਤਾ, ਠੀਕ ਤਰੀਕੇ ਦੇ ਨਾਲ ਦਿੱਤਾ, ਆਪਣੀ ਕਾਰਗੁਜ਼ਾਰੀ ਨਾਲ ਦਿੱਤਾ। ਔਰ ਜੇ ਤੁਸੀਂ ਪਹਿਲਾਂ ਇਸੇ ਅੰਦੋਲਨ 'ਤੇ ਇਲਜ਼ਾਮ ਲਾਉਂਦੇ ਸੀ ਕਿ ਉਹ ਖਾਲਿਸਤਾਨੀ ਹੈ, ਉਹ ਮਾਓਵਾਦੀ ਹੈ, ਉਹ ਕਿਸੇ ਅਰਬਨ ਨਕਸਲੀ ਹੈ ਜਾਂ ਜੋ ਵੀ ਤਰੀਕੇ ਨੇ ਉਹਨਾਂ 'ਚ ਫੁੱਟ ਪਾਉਣ ਦੀ ਟਰਾਈ ਕੀਤੀ, ਪਰ ਉਹਨਾਂ ਦੀ ਅੰਦੋਲਨਕਾਰੀਆਂ ਦੀ ਆਪਣੀ ਸਿਆਣਪ ਨੇ, ਕਿਸਾਨ ਆਗੂਆਂ ਦੇ ਆਪਣੇ ਏਕੇ ਨੇ ਇਹ ਜਵਾਬ ਦਿੱਤਾ ਕਿ ਨਹੀਂ ਤੁਸੀਂ ਜੋ ਮਰਜ਼ੀ ਬੋਲੀ ਜਾਓ, ਇਹ ਸਾਡੇ 'ਤੇ ਕੋਈ ਅਸਰ ਨਹੀਂ ਹੈ। ਇਸੇ ਕਰਕੇ ਇਹਨਾਂ ਦੀ ਇਹ ਬਿਆਨਬਾਜ਼ੀ ਨੇ ਸਰਕਾਰ ਦਾ ਅਕਸ ਦੇਸ਼ ਤੇ ਵਿਦੇਸ਼ ਦੇ ਵਿੱਚ ਲੋਕਾਂ ਦੇ ਅੰਦਰ ਵਿਗਾੜਿਆ ਤੇ ਅੰਦੋਲਨ ਦਾ ਅਕਸ ਸੁਧਰਿਆ। ਇਸੇ ਕਰਕੇ ਦੁਨੀਆ ਪੱਧਰ ਦੇ ਉੱਤੇ ਲੋਕ ਅੰਦੋਲਨ ਦੇ ਪੱਖ ਦੇ ਵਿੱਚ ਆਵਾਜ਼ ਉਠਾ ਰਹੇ ਨੇ, ਚਾਹੇ ਉਹ ਪੋਲੀਟੀਕਲ ਬੰਦੇ ਹੋਣ, ਚਾਹੇ ਉਹ ਗੈਰ ਪੋਲੀਟੀਕਲ ਬੰਦੇ ਹੋਣ, ਚਾਹੇ ਨਿੱਜੀ ਤੌਰ ਤੇ ਹੋਣ, ਚਾਹੇ ਉਹ ਸੰਸਥਾਵਾਂ ਹੋਣ। ਤੇ ਸਰਕਾਰ ਕਟਹਿਰੇ 'ਚ ਖੜੀ ਦਿਖਾਈ ਦਿੰਦੀ ਹੈ। ਜੇ ਸਰਕਾਰ ਦਾ ਪੱਖ ਠੀਕ ਤਰੀਕੇ ਨਾਲ ਚੱਲਦਾ ਹੁੰਦਾ ਤਾਂ ਉਦੋਂ ਤੱਕ ਤਾਂ ਫਿਰ ਸਰਕਾਰ ਦੇ ਪੱਖ 'ਚ ਲੋਕਾਂ ਨੂੰ ਆਉਣਾ ਚਾਹੀਦਾ ਸੀ ਜਾਂ ਆ ਜਾਂਦੇ ਉਸ ਪੱਧਰ ਦੇ ਉੱਤੇ। ਇਸ ਕਰਕੇ ਅੰਦੋਲਨ ਦੀ ਆਪਣੀ ਪੀਸਫੁਲ ਰਹਿਣ ਦੀ, ਸ਼ਾਂਤਮਈ ਰਹਿਣ ਦੀ, ਤੇ ਸ਼ਾਂਤਮਈ ਰਹਿ ਕੇ ਕੇਵਲ 3 ਕਾਨੂੰਨ ਵਾਪਸ ਕਰਾਉਣ ਤੇ MSP ਤੇ ਕਾਨੂੰਨ ਬਣਾਉਣ ਦੀ ਜਿਹੜੀ ਇਹ ਇੱਕ ਖਾਸ ਅਪਰੋਚ ਲੈ ਕੇ ਫੋਕਸ ਕਰਕੇ ਚੱਲਿਆ ਅੰਦੋਲਨ ਹੈ, ਜਿਹੜਾ ਉਹ ਬਾਕੀ ਦੀਆਂ ਗੱਲਾਂ ਨੂੰ ਦਰਕਨਾਰ ਕਰ ਰਿਹਾ, ਸਾਈਡ ਤੇ ਕਰ ਰਿਹਾ, ਉਹਦੀ ਧਾਰਾ ਜਿਹੜੀ ਫੋਕਸ ਕਰਨ ਦੀ ਹੈ, ਉਹ ਜਿਹੜੇ ਇਹੋ ਜਿਹੀ ਬਿਆਨਬਾਜ਼ੀ ਹੈ ਜਿਹੜੇ ਉਹਨੂੰ ਖਿੱਚ ਕੇ ਕਿਤੇ ਹੋਰ ਲਿਜਾਣਾ ਚਾਹੁੰਦੇ ਨੇ ਵੱਖ-ਵੱਖ ਆਗੂਆਂ ਦੇ, ਉਹ ਤੋਂ ਬਾਹਰ ਨਹੀਂ ਨਿਕਲ ਰਿਹਾ। ਤੇ ਇਹ ਉਹਦੀ ਪ੍ਰਾਪਤੀ ਹੈ ਅੰਦੋਲਨ ਦੀ। ਇਹਦਾ ਸਿਹਰਾ ਜਿਹੜਾ ਉਹ ਕਿਸਾਨ ਆਗੂਆਂ ਨੂੰ ਵੀ, ਕਿਸਾਨ ਅੰਦੋਲਨ ਨੂੰ ਤੇ ਆਮ ਲੋਕਾਂ ਦਾ, ਇਹਨੂੰ ਕਹਿੰਦੇ ਇਕੱਲਾ ਕਿਸਾਨ ਅੰਦੋਲਨ ਵੀ ਨਹੀਂ, ਇਹ ਜਨਤਕ ਅੰਦੋਲਨ ਹੈ ਤੇ ਜਨਤਕ ਅੰਦੋਲਨ ਨੂੰ ਮਿਲਣਾ ਚਾਹੀਦਾ ਜੀ। ਹਮੀਰ ਸਿੰਘ ਜੀ, ਭਾਜਪਾ ਜਿਹੜੀ ਹੈਗੀ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਜਿਹੜਾ ਹੈਗਾ ਕਈ ਤਰ੍ਹਾਂ ਦੇ ਪੈਂਥੜੇ ਖੇਡ ਰਹੀ ਹੈ। ਉਸੇ ਸਾਜ਼ਿਸ਼ਾਂ ਨੂੰ ਦੇਖਦੇ ਹੋਏ ਜਿਵੇਂ ਤੁਸੀਂ ਦੱਸਿਆ ਵੀ ਹੈ ਵੀ ਕਿ ਇਹ ਅੰਦੋਲਨ ਦਾ ਜਿਹੜਾ ਹੈਗਾ ਦੇਸ਼ਾਂ ਵਿਦੇਸ਼ਾਂ ਤੱਕ ਫੈਲ ਚੁੱਕਿਆ ਤੇ ਸਰਕਾਰ ਵੀ ਜਿਹੜਾ ਹੈਗਾ ਉਹਨਾਂ ਦੀ ਕਾਰਗੁਜ਼ਾਰੀ ਨੇ ਇਸ ਨੂੰ ਹੋਰ ਕੌਮਾਂਤਰੀਕਰਨ ਜਿਹੜਾ ਹੈਗਾ ਇਹਦਾ ਕਰਤਾ ਤੇ ਸਰਕਾਰ ਜਿਹੜਾ ਹੈਗਾ ਦੋਸ਼ ਦੂਜਿਆਂ ਤੇ ਲਾ ਰਹੀ ਹੈ। ਤੁਸੀਂ ਇਸ ਨੂੰ ਕਿਵੇਂ ਦੇਖੋ? ਨਹੀਂ, ਉਹੀ ਹੈ ਜਿਹੜਾ ਦੇਸ਼ ਹੁਣ ਸਰਕਾਰ ਨੇ ਇਹ ਮੰਨਿਆ ਕਿ ਸਾਡਾ ਅੰਦਰੂਨੀ ਮਾਮਲਾ ਹੈ। ਸ਼ੁਰੂ ਤੋਂ ਸਰਕਾਰ ਇਹ ਕਹਿੰਦੀ ਆ ਰਹੀ ਹੈ। ਅੰਦਰੂਨੀ ਮਾਮਲਾ ਕਿਵੇਂ ਹੋ ਗਿਆ? ਜਦੋਂ ਉਹ ਬਾਕੀ ਦੇ ਲੋਕਾਂ ਨੇ ਟਵੀਟ ਕੀਤਾ ਇਸ ਦੇ ਪੱਖ ਦੇ ਵਿੱਚ, ਫਿਰ ਤੁਸੀਂ ਟਵੀਟ ਕਰਨ ਤੇ ਅਰੈਸਟ ਸ਼ੁਰੂ ਕਰਤੀ। ਤੁਸੀਂ ਉਹ ਗ੍ਰੇਟਾ ਥੁਨਬਰਗ ਦੇ ਖਿਲਾਫ ਪਰਚਾ ਦਰਜ ਕਰਤਾ ਇੱਥੇ। ਜੇ ਇੱਕ ਇੰਟਰਨੈਸ਼ਨਲ ਦੂਜੇ ਦੇਸ਼ ਦੀ ਨਾਗਰਿਕ ਦੇ ਖਿਲਾਫ ਇੱਕ ਟਵੀਟ ਦੇ ਉੱਤੇ ਕਿਸਾਨਾਂ ਦੀ ਸਪੋਰਟ ਕਰਨ ਤੇ ਪਰਚਾ ਦਰਜ ਕਰੋਗੇ ਤਾਂ ਦੁਨੀਆ ਦੇ ਵਿੱਚ ਉਹਦਾ ਰਿਐਕਸ਼ਨ ਤਾਂ ਆਏਗਾ ਹੀ, ਉਹਦੀ ਪ੍ਰਤੀਕਿਰਿਆ ਆ ਰਹੀ ਹੈ ਦੇਸ਼ ਦੁਨੀਆ ਦੇ ਵਿੱਚੋਂ, ਬਾਕੀ ਜਗ੍ਹਾ ਦੇ ਉੱਤੋਂ। ਤੇ ਅਗਲੀ ਗੱਲ ਇਹ ਹੈ ਕਿ ਹੁਣ ਉਸ ਲੈਵਲ ਦਾ ਅੰਤਰਰਾਸ਼ਟਰੀ, ਹੁਣ ਤੁਸੀਂ ਉਹਦੇ ਨਾਲ ਜੁੜੀ ਇੱਕ ਹੋਰ ਕੁੜੀ ਨੂੰ ਅਰੈਸਟ ਕਰ ਲਿਆ ਤੇ 2-3 ਨੂੰ ਤੁਸੀਂ ਵਾਰੰਟ ਜਾਰੀ ਕਰਤੇ। ਮੁੜ ਕੇ ਤੁਸੀਂ ਸਗੋਂ ਜਿਹੜਾ ਦਬਦਾ ਮਾੜਾ ਮੋਟਾ ਦੁਨੀਆ ਪੱਧਰ ਦਾ ਕੋਈ ਅੰਦੋਲਨ ਨੂੰ ਸਪੋਰਟ ਘਟਦੀ ਹੈ ਜਾਂ ਅੱਜ ਮਤਲਬ ਕਿਸੇ ਨੇ ਫੇਸਬੁੱਕ ਤੇ ਲਿਖਤਾ, ਅੱਜ ਕਿਸੇ ਨੇ ਟਵੀਟ ਕਰਤਾ, ਕੱਲ੍ਹ ਨੂੰ ਨਹੀਂ ਆਇਆ, ਜਾਂ ਤੁਸੀਂ ਐਕਸ਼ਨ ਕਰਦੇ ਹੋ ਤਾਂ ਰਿਐਕਸ਼ਨ ਫਿਰ ਸ਼ੁਰੂ ਹੋ ਜਾਂਦਾ। ਹੁਣ ਦੁਨੀਆ ਪੱਧਰ ਦੇ ਉੱਤੇ ਬਿਆਨ ਫੇਰ ਆ ਰਹੇ ਨੇ ਕਿ ਸਰਕਾਰ ਜਿਹੜੀ ਹੈ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰ ਰਹੀ ਹੈ। ਸਰਕਾਰ ਵਾਤਾਵਰਨ ਪੱਖੀ ਜਿਹੜੇ ਐਕਟਿਵਿਸਟ ਨੇ, ਜਿਹੜੇ ਦੁਨੀਆ ਪੱਧਰ ਤੇ ਕੰਮ ਕਰਦੇ ਨੇ, ਉਹਦੇ ਨਾਲ ਜੁੜੇ ਹੋਏ ਦੇਸ਼ ਦੇ ਵਿੱਚ ਵੀ ਨੇ, ਉਹਨਾਂ ਦੇ ਖਿਲਾਫ ਵੀ ਜਿਹੜੇ ਇਸ ਲੈਵਲ ਦੇ ਦੋਸਤਰਾਈ ਦੇ ਪਰਚੇ ਦਰਜ ਹੁੰਦੇ ਨੇ ਜਾਂ ਕੁੜੀਆਂ ਨੂੰ ਫੜ ਕੇ ਜਿਹੜਾ ਸੁੱਟਿਆ ਜਾ ਰਿਹਾ, ਇਹਦਾ ਦੇਸ਼ ਦੇ ਵਿੱਚ ਵੀ ਔਰ ਵਿਦੇਸ਼ ਦੇ ਵਿੱਚ ਵੀ ਦੋਨੇ ਪੱਖਾਂ ਦੇ ਉੱਤੋਂ ਹੀ ਮਤਲਬ ਵਿਰੋਧ ਹੋ ਰਿਹਾ। ਇਸੇ ਕਰਕੇ ਇਹ ਹੁਣ ਮੈਨੂੰ ਲੱਗਦਾ ਕਿ ਸਰਕਾਰ ਨੂੰ ਸਮਝ ਹੀ ਨਹੀਂ ਆ ਰਹੀ ਕਿ ਉਹ ਕਰੇ ਕੀ। ਜਿਹੜਾ ਵੀ ਕਦਮ ਉਠਾਉਂਦੀ ਹੈ ਉਹ ਉਲਟਾ ਪੈ ਜਾਂਦਾ ਜੀ।
ਉਹ ਉਲਟਾ ਇਸ ਰੂਪ ਦੇ ਵਿੱਚ ਪੈ ਜਾਂਦਾ ਹਜੇ ਤੱਕ ਕਿ ਅੰਦੋਲਨ ਦੀਆਂ ਵਾਜਬ ਮੰਗਾਂ ਤੇ ਸਰਕਾਰ ਨੇ ਅਜੇ ਤੱਕ ਗੱਲਬਾਤ ਨਹੀਂ ਤੋਰੀ, ਸੀਰੀਅਸਲੀ ਗੱਲ ਨਹੀਂ ਕੀਤੀ, ਕੋਈ ਪੜਾਅ ਅੱਗੇ ਤੋਰਨ ਦੀ ਕੋਸ਼ਿਸ਼ ਨਹੀਂ ਕੀਤੀ। 22 ਜਨਵਰੀ ਤੋਂ ਲੈ ਕੇ ਤੇ 16 ਫਰਵਰੀ ਹੋ ਗਈ ਹੈ ਤੇ ਕੋਈ ਅੱਗੇ, ਚਾਹੇ ਤੁਸੀਂ ਕਹੀ ਜਾ ਰਹੇ ਹੋ ਗੱਲਬਾਤ ਲਈ ਸਰਕਾਰ ਤਿਆਰ ਹੈ, ਗੱਲਬਾਤ ਲਈ ਸਰਕਾਰ ਤਿਆਰ ਹੈ, ਇੱਕ ਫੋਨ ਕਾਲ ਦੀ ਦੂਰੀ ਹੈ, ਉਹ ਆਪਣੀਆਂ ਗੱਲਾਂ ਨੇ ਆਪਣੇ ਤਰੀਕੇ ਦੇ ਨਾਲ, ਪਰ ਗੱਲ ਨਹੀਂ ਹੋ ਰਹੀ। ਇਹਦੀ ਜ਼ਿੰਮੇਵਾਰੀ ਸਰਕਾਰ ਦੀ ਹੈ ਤੇ ਸਰਕਾਰ ਦੇ ਖਿਲਾਫ ਗੱਲ ਵੀ ਉਸ ਲੈਵਲ ਤੇ ਹੋਏਗੀ। ਹਮੀਰ ਸਿੰਘ ਜੀ, ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਿਹੜਾ ਹੈਗਾ ਦੇਸ਼ ਭਰ ਦੇ ਵਿੱਚ ਸਰ ਛੋਟੂ ਰਾਮ ਦੀ ਜਿਹੜੀ ਜਯੰਤੀ ਮਨਾਈ ਗਈ ਹੈ, ਅਸੀਂ ਜਾਣਨਾ ਚਾਹਾਂਗੇ ਵੀ ਇਹ ਕਿਸਾਨ ਜਥੇਬੰਦੀਆਂ ਦੀ ਅਗਲੀ ਰਣਨੀਤੀ ਕੀ ਹੈ, ਉਹ ਕੀ ਨਵੀਂ ਰਣਨੀਤੀ ਤਿਆਰ ਕਰ ਰਹੇ? ਬਿਲਕੁਲ, ਇਹ ਪਹਿਲਾਂ ਦੇ ਸੱਦੇ ਨੇ 3-4 ਪ੍ਰੋਗਰਾਮ ਉਲੀਕੇ ਨੇ। ਛੋਟੂ ਰਾਮ ਜਿਹੜੇ ਔਰ ਬਹੁਤ ਵੱਡੇ ਲੀਡਰ, ਵੱਡੇ ਕੱਦ ਦੇ ਰਹੇ ਨੇ 47 ਤੋਂ ਪਹਿਲਾਂ ਇਸ ਦੇਸ਼ ਦੇ ਵਿੱਚ, ਯੂਨੀਅਨਿਸਟ ਪਾਰਟੀ ਦੇ ਆਗੂ ਸੀਗੇ ਵੱਡੇ, ਤੇ ਜਿਨ੍ਹਾਂ ਦੇ ਚੱਲਦੇ ਦੌਰਾਨ ਇਹ ਸਾਰਾ ਮਤਲਬ ਕਿਸਾਨੀ ਨਾਲ ਸੰਬੰਧਿਤ ਕਾਨੂੰਨ ਬਣੇ ਉਸ ਸਮੇਂ, ਕਿ ਜਾਇਦਾਦਾਂ ਦੀ ਕੁਰਕੀ ਨਾ ਹੋਣ ਦਾ ਕਾਨੂੰਨ ਬਣਿਆ, ਵਾਪਸ ਦੁੱਗਣੇ ਮੋੜਨ ਦਾ ਕਾਨੂੰਨ ਬਣਿਆ ਕਿ ਉਦੋਂ ਬਾਅਦ ਕਰਜ਼ਾ ਖਤਮ ਸਮਝਿਆ ਜਾਏਗਾ, ਆੜ੍ਹਤੀਆਂ ਦੀ ਰਜਿਸਟ੍ਰੇਸ਼ਨ ਦਾ ਕਾਨੂੰਨ ਬਣਿਆ, MSP ਦੀ ਸ਼ੁਰੂਆਤ ਉੱਥੋਂ ਹੋਈ। ਇਹ ਸਾਰੀਆਂ ਚੀਜ਼ਾਂ ਉਸ ਸਮੇਂ ਹੋਈਆਂ। ਇਸ ਲਈ ਆਏ ਜੇ ਕਿਸਾਨ ਆਗੂ ਦੇ ਤੌਰ 'ਤੇ ਉਹਨਾਂ ਦਾ ਅੱਜ ਦਿਨ ਮਨਾਇਆ ਗਿਆ ਕਿਸਾਨਾਂ ਨੇ ਵੱਖ-ਵੱਖ ਤਰ੍ਹਾਂ ਦਾ। ਅਤੇ ਇਦੋਂ ਬਾਅਦ ਇਸ ਅੰਦੋਲਨ ਦਾ ਆਕਾਰ ਕਿਵੇਂ ਵਧੇ, ਇਸ ਅੰਦੋਲਨ ਦੇ ਸਾਈਜ਼ ਨੂੰ ਵਧਾਉਣ ਲਈ ਅਤੇ ਹੋਰਾਂ ਵਰਗਾਂ ਨੂੰ ਸ਼ਾਮਲ ਕਰਨ ਲਈ ਅੰਦੋਲਨ ਦੀ ਇੱਕ ਰਣਨੀਤੀ ਵੀ ਹੈ। ਔਰ ਉਹ ਰਣਨੀਤੀ ਤਹਿਤ ਇਹ ਹੈ ਕਿ ਸਭ ਤੋਂ ਪਹਿਲਾਂ ਤੋਂ ਹੀ, ਹਾਲਾਂਕਿ ਜਨਤਕ ਅੰਦੋਲਨ ਬਣਿਆ, ਪਰ ਕਿਤੇ ਨਾ ਕਿਤੇ ਜਿੱਥੇ ਕਿਤੇ ਥੋੜ੍ਹੇ ਬਹੁਤ ਬਖਰੇਵੇਂ ਸੀ ਉਹਨਾਂ ਨੂੰ ਵੀ ਦੂਰ ਕਰਨ ਦੇ ਵਾਸਤੇ, ਜਿਵੇਂ 21 ਤਰੀਕ ਨੂੰ ਬਰਨਾਲੇ ਦੇ ਵਿੱਚ ਕਿਸਾਨ ਮਜ਼ਦੂਰ ਸਾਂਝੀ ਕਾਨਫਰੰਸ ਜਿਹੜੀ ਇੱਕ ਹੋ ਰਹੀ ਹੈ, ਗੁਰਾਹਾਂ ਗਰੁੱਪ ਜਾਂ ਹੋਰ ਜਥੇਬੰਦੀ ਜਿਹੜੀ ਕਰ ਰਹੇ ਨੇ ਮਿਲ ਕੇ, ਔਰ ਉਹ ਇੱਕ ਚੰਗੀ ਸ਼ੁਰੂਆਤ ਮੇਰੇ ਖਿਆਲ ਹੈ ਪੰਜਾਬ ਦੇ ਵਿੱਚ ਉਹਨੂੰ ਕਹਿ ਕੇ ਕਿ ਕਿਸਾਨ ਮਜ਼ਦੂਰ ਸਾਂਝੀ ਕਾਨਫਰੰਸ ਹੋਏਗੀ। ਦੂਜੀ ਗੱਲ, ਭੀਖੀ ਦੇ ਵਿੱਚ 17 ਤਰੀਕ ਨੂੰ ਕੱਲ੍ਹ ਇੱਕ ਸਰਪੰਚ ਪੰਚਾਇਤ ਯੂਨੀਅਨ ਬਲਾਕ ਦੀ ਜਿਹੜੀ ਟੋਟਲ ਹੈ, ਜਿਹਦੇ 'ਚ ਇਹਦਾ ਮਤਲਬ ਸਾਰੀਆਂ ਪੰਚਾਇਤਾਂ ਸਰਪੰਚ ਨੇ, ਉਹ ਉਹਨਾਂ ਨੇ ਇੱਕ ਕਾਨਫਰੰਸ ਸੱਦੀ ਹੈ। ਅਤੇ ਇਹਦੇ ਮਤਲਬ ਹੋਏਗਾ ਕਿ ਜਦੋਂ ਉਹ ਹੈ ਤਾਂ ਉਹਦੇ 'ਚ ਸਾਰਾ ਪਿੰਡ ਇਨਵੋਲਵ ਹੈ, ਉਹ 'ਚ ਕਿਸੇ ਵੀ ਜਾਤ ਦਾ, ਕਿਸੇ ਵੀ ਧਰਮ ਦਾ, ਕਿਸੇ ਦਾ ਕੋਈ ਇਹੋ ਜਿਹੀ ਗੱਲ ਨਹੀਂ, ਨਾ ਕੇਵਲ ਕਿਸਾਨੀ ਹੈ, ਉਹ 'ਚ ਦੁਕਾਨਦਾਰ ਵੀ ਹੈ, ਉਹ 'ਚ ਮਜ਼ਦੂਰ ਵੀ, ਉਹ 'ਚ ਸਾਰੇ ਲੋਕ ਸ਼ਾਮਲ ਹੋਣਗੇ। ਇਹ ਕੁਝ ਨਵੀਆਂ ਕੜੀਆਂ ਨੇ ਜਿਹੜੀਆਂ ਇੱਕ ਸੰਕੇਤ ਦੇ ਰਹੀਆਂ ਨੇ ਕਿ ਕਿਸਾਨ ਆਗੂ ਵੀ ਅਤੇ ਆਮ ਲੋਕ ਵੀ ਹੁਣ ਅੰਦੋਲਨ ਦੇ ਦਾਇਰੇ ਨੂੰ ਵਿਸਥਾਰ ਦੇਣ ਦੀ ਰਣਨੀਤੀ 'ਤੇ ਕੰਮ ਕਰ ਰਹੇ ਨੇ ਅਤੇ ਹੋਰ ਲੋਕਾਂ ਨੂੰ ਹੋਰ ਜ਼ਿਆਦਾ ਜੋੜਨ ਦੀ ਰਣਨੀਤੀ 'ਤੇ ਕੰਮ ਕਰ ਰਹੇ ਨੇ, ਤਾਂ ਕਿ ਅੰਦੋਲਨ ਦਾ ਤਾਕਤ ਵਧਾਈ ਜਾਏ। ਇੱਥੇ ਪੰਜਾਬ ਦੇ ਵਿੱਚ ਇਹ ਰਵਾਇਤ ਇਸ ਪਾਸੇ ਵੱਲ ਤੁਰੀ ਹੈ, ਜਿਹੜੀ ਇੱਕ ਤਰੀਕਾਕਾਰ, ਅਤੇ ਬਾਕੀ ਸੂਬਿਆਂ ਦੇ ਵਿੱਚ ਮਹਾਪੰਚਾਇਤਾਂ ਹੋ ਰਹੀਆਂ ਨੇ, ਅਤੇ ਇਹਨਾਂ ਸੂਬਿਆਂ ਤੋਂ ਬਾਹਰ ਜਾ ਕੇ ਦੂਜੇ ਸੂਬਿਆਂ ਦੇ ਵਿੱਚ ਵੀ ਸੰਪਰਕ ਕਿਵੇਂ ਕਰਨਾ, ਕਿਵੇਂ ਟੀਮਾਂ ਨੇ ਜਾਣਾ, ਉਹਦੀ ਰਣਨੀਤੀ ਵੀ ਇੱਕ ਬਣਾ ਰਹੀਆਂ ਨੇ ਕਿਸਾਨ ਜਥੇਬੰਦੀਆਂ ਜਿਹੜੀਆਂ, ਤਾਂ ਕਿ ਅੰਦੋਲਨ ਦਾ ਦਾਇਰਾ ਦੇਸ਼ ਵਿਆਪੀ ਵੀ ਉਸ ਪੱਧਰ ਦੇ ਉੱਤੇ ਬਣਾਇਆ ਜਾ ਸਕੇ। ਜੀ, ਇਹ ਸਨ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਫੇਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।